ਦੋਸਤੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਕਰੰਟ ਅਫੇਅਰ ਦਾ ਇਹ ਸੈਕਿੰਡ ਵੀਡੀਓ ਹੈ। ਠੀਕ ਹੈ, ਇਸ ਤੋਂ ਪਹਿਲਾਂ ਮੈਂ ਇੱਕ ਵੀਡੀਓ ਹੋਰ ਅਪਲੋਡ ਕਰ ਚੁੱਕਿਆ। ਠੀਕ ਹੈ, ਇੱਕ ਵੀਡੀਓ ਹੋਰ ਅਪਲੋਡ ਕਰਾਂਗਾ ਆਉਣ ਵਾਲੇ ਟਾਈਮ ਵਿੱਚ। ਤਾਂ ਤੁਹਾਡਾ ਜਿਹੜਾ ਸਾਰਾ ਕਰੰਟ ਅਫੇਅਰ ਹੈ, ਠੀਕ ਹੈ, ਫਰਵਰੀ ਮੰਥ ਦਾ ਉਹ ਇਸ ਨਾਲ ਕੰਪਲੀਟ ਹੋ ਜਾਊਗਾ। ਠੀਕ ਹੈ, ਜਦੋਂ ਮੈਂ ਤੁਹਾਨੂੰ ਕਰੰਟ ਅਫੇਅਰ ਕਰਵਾ ਰਿਹਾ ਨਾ, ਉਹ ਫਰਵਰੀ ਮੰਥ ਦਾ ਮਤਲਬ ਇਹ ਹੈ ਕਿ ਜਿਹੜਾ ਫਰਵਰੀ ਤੋਂ ਪਹਿਲਾਂ ਵੀ ਜਿਹੜੇ ਇਵੈਂਟ ਹੋਏ ਸੀਗੇ ਜਾਂ ਫਿਰ ਜਿਹੜੀਆਂ ਚੀਜ਼ਾਂ ਹੋਈਆਂ ਸੀਗੀਆਂ ਇੰਪੋਰਟੈਂਟ ਚੀਜ਼ਾਂ, ਉਹ ਸਾਰੀਆਂ ਮੈਂ ਤੁਹਾਨੂੰ ਕਵਰ ਕਰਕੇ ਚੱਲ ਰਿਹਾ। ਠੀਕ ਹੈ, ਜਿਵੇਂ ਤੁਸੀਂ ਟ੍ਰਿਸਟਾਂ ਦਾ ਕੂਨਾ ਬਾਰੇ ਗੱਲ ਕਰੋਗੇ ਤਾਂ ਪੁਰਾਣੀ ਗੱਲ ਸੀਗੀ ਜਿਹੜੀ ਕਿ ਕੈਰੀ ਹੁਣ ਹੁੰਦੀ ਗਈ ਫਰਵਰੀ ਤੱਕ। ਠੀਕ ਹੈ, ਤਾਂ ਮਤਲਬ ਤੁਸੀਂ ਫਰਵਰੀ ਪੜ੍ਹ ਰਹੇ ਹੋ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਪੁਰਾਣੀ ਚੀਜ਼ਾਂ ਵੀ ਪੜ੍ਹ ਰਹੇ ਹੋ। ਠੀਕ ਹੈ, ਇਸ ਤੋਂ ਬਾਅਦ ਆਪਾਂ ਮਾਰਚ ਮੰਥ ਵੀ ਪੜ੍ਹਾਂਗੇ। ਠੀਕ ਹੈ, ਜਿਹੜੀਆਂ ਉੱਥੋਂ ਐਕਟੀਵਿਟੀਜ਼ ਹੋਈਆਂ ਨੇ, ਇੰਪੋਰਟੈਂਟ ਗੱਲਾਂ ਹੋਈਆਂ ਨੇ, ਫਿਰ ਤੁਹਾਨੂੰ ਸਾਰਾ ਮਤਲਬ ਕਰੰਟ ਅਫੇਅਰ ਤੁਹਾਡੇ ਐਗਜ਼ਾਮ ਲਈ ਜਿੰਨਾ ਇੰਪੋਰਟੈਂਟ ਹੈਗਾ ਉਹ ਆਪਾਂ ਸਾਰਾ ਕਵਰ ਕਰ ਦਾਂਗੇ। ਚਲੋ ਸਟਾਰਟ ਕਰਦੇ ਹਾਂ ਵੀਡੀਓ। ਦੇਖੋ, ਸਭ ਤੋਂ ਪਹਿਲਾਂ ਟ੍ਰਿਸਟਾਂ ਦਾ ਕੂਨਾ ਇਹ ਕੀ ਚੀਜ਼ ਹੈ? ਇਹ ਇੱਕ ਨਾ ਤੁਸੀਂ ਕਹਿ ਸਕਦੇ ਹੋ ਕਿ ਇੱਕ ਆਈਲੈਂਡ ਹੈ। ਠੀਕ ਹੈ, ਕਿੱਥੇ ਹੈ ਇਹ? ਸਾਊਥ ਐਟਲਾਂਟਿਕ ਓਸ਼ਨ ਵਿੱਚ ਹੈ। ਜਿਵੇਂ ਸਾਊਥ ਅਮਰੀਕਾ ਹੋ ਗਿਆ, ਇਹ ਅਫਰੀਕਾ ਹੋ ਗਿਆ। ਠੀਕ ਹੈ, ਇੱਥੇ ਕਰਕੇ ਇੱਕ ਜਗ੍ਹਾ ਹੈ ਟ੍ਰਿਸਟਾਂ ਦਾ ਕੂਨਾ। ਠੀਕ ਹੈ, ਇਹਦੇ ਉੱਪਰ ਕਿਹਦਾ ਰਾਜ ਹੈ? ਯੂਕੇ ਦੀ ਓਵਰਸੀਜ਼ ਟੈਰੀਟਰੀ ਹੈ। ਠੀਕ ਹੈ, ਇਹ ਵੀ ਤੁਸੀਂ ਚੀਜ਼ ਯਾਦ ਰੱਖਣੀ ਹੈ। ਤੀਜੀ ਗੱਲ ਕੀ ਯਾਦ ਰੱਖਣੀ ਹੈ ਕਿ ਇਹ ਰਿਮੋਟੈਸਟ ਇਨਹੈਬਿਟਡ ਆਰਕੀਓਲੋਜੀ ਇਨ ਦਾ ਵਰਲਡ ਹੈ। ਵੀ ਮਤਲਬ ਬਹੁਤ ਦੂਰ ਹੈ, ਜਿੱਥੇ ਲੋਕ ਰਹਿੰਦੇ ਨੇ ਉਹ ਤੋਂ ਬਹੁਤ ਜ਼ਿਆਦਾ ਦੂਰ ਰਿਮੋਟ ਜਗ੍ਹਾ ਤੇ ਹੈ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਇੱਥੇ ਕੁਝ ਵਰਲਡ ਹੈਰੀਟੇਜ ਸਾਈਟਸ ਵੀ ਨੇ, ਗੋ ਤੇ ਇਨਅਸੈਸੀਬਲ ਆਈਲੈਂਡ ਕਰਕੇ, ਤਾਂ ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਠੀਕ ਹੈ, ਤੇ ਇੱਥੇ ਇਸ ਨੂੰ ਮੈਰੀਨ ਪ੍ਰੋਟੈਕਟਿਡ ਏਰੀਆ ਵੀ ਘੋਸ਼ਿਤ ਕਰ ਦਿੱਤਾ ਗਿਆ ਹੈ। ਮੈਰੀਨ ਪ੍ਰੋਟੈਕਟਿਡ ਏਰੀਆ ਇਹ ਹੁੰਦਾ ਵੀ ਜਿਹੜਾ ਇਹਦਾ ਸਮੁੰਦਰੀ ਕਿਨਾਰੇ ਨੇ ਉਸ ਵਿੱਚ ਕੁਝ ਐਕਟੀਵਿਟੀਜ਼ ਨੇ ਜਿਹੜੀਆਂ ਉਹ ਉਸਨੂੰ ਡਿਫਾਈਨ ਕਰ ਦਿੱਤਾ ਗਿਆ, ਉਸਨੂੰ ਪ੍ਰੋਟੈਕਟ ਕਰ ਦਿੱਤਾ ਗਿਆ। ਜਿਵੇਂ ਕਿ ਸੈਂਡ ਐਕਸਟ੍ਰੈਕਸ਼ਨ ਤੇ ਡੀਪ ਸੀ ਮਾਈਨਿੰਗ, ਇਹਦੇ ਉੱਪਰ ਪ੍ਰੀਵੈਂਸ਼ਨ ਲਾ ਦਿੱਤੀ ਗਈ ਹੈ। ਠੀਕ ਹੈ, ਮਤਲਬ 90% ਜਿਹੜਾ ਇਹਦਾ ਵਾਟਰ ਹੈ ਉਹ ਹਾਰਮਫੁਲ ਐਕਟੀਵਿਟੀਜ਼ ਲਈ ਯੂਜ਼ ਕਰਨ ਤੋਂ ਬੰਦ ਕਰ ਦਿੱਤਾ ਗਿਆ ਹੈ। ਠੀਕ ਹੈ, ਤਾਂ ਇਹ ਇਸ ਨੂੰ ਬਚਾਉਣ ਲਈ, ਮਤਲਬ ਇਹ ਆਈਲੈਂਡ ਨੂੰ ਬਚਾਉਣ ਲਈ ਤੇ ਇਹਦੇ ਰਿਸੋਰਸਿਸ ਨੂੰ ਮਤਲਬ ਇਸ ਤਰ੍ਹਾਂ ਮੈਨੇਜ ਕੀਤਾ ਗਿਆ ਕਿ ਆਈਲੈਂਡ ਨੂੰ ਬਾਅਦ ਵਿੱਚ ਕੋਈ ਜਿਹੜਾ ਯੂਕੇ ਦਾ ਬਲੂ ਬੈਲਟ ਪ੍ਰੋਗਰਾਮ ਹੈ ਨਾ, ਉਸ ਦੇ ਅੰਡਰ ਇਹਨਾਂ ਨੇ ਇੱਕ ਮਤਲਬ ਨੋ ਟੇਕ ਜ਼ੋਨ ਬਣਾਇਆ ਹੈ। ਠੀਕ ਹੈ, ਨੋ ਟੇਕ ਜ਼ੋਨ ਦਾ ਮਤਲਬ ਹੈ ਕਿ ਤੁਸੀਂ ਇਸ ਵਿੱਚ ਕੁਝ ਐਕਟੀਵਿਟੀਜ਼ ਨਹੀਂ ਕਰ ਸਕਦੇ ਤਾਂ ਕਿ ਇਸ ਨੂੰ ਪ੍ਰੋਟੈਕਟ ਕੀਤਾ ਜਾ ਸਕੇ। ਠੀਕ ਹੈ, ਇੱਥੇ ਦੇ ਸਪੀਸੀਜ਼ ਨੂੰ ਪ੍ਰੋਟੈਕਟ ਕੀਤਾ ਜਾ ਸਕੇ ਤੇ ਇਹ ਆਈਲੈਂਡ ਨੂੰ ਪ੍ਰੋਟੈਕਟ ਕੀਤਾ ਜਾ ਸਕੇ। ਠੀਕ ਹੈ, ਇਹ ਹੋ ਗਿਆ ਇਸ ਆਈਲੈਂਡ ਬਾਰੇ ਪ੍ਰੋਪਰ ਜਿਹੜੇ ਕੁਐਸਚਨ ਆ ਸਕਦੇ ਨੇ ਐਗਜ਼ਾਮ ਵਿੱਚ। ਠੀਕ ਹੈ, ਉਸ ਤੋਂ ਬਾਅਦ ਦੇਖੋ ਨੈਕਸਟ ਚੀਜ਼ ਆਉਂਦੀ ਹੈ ਯੂਨਾਈਟਿਡ ਨੇਸ਼ਨ ਇਨਵੈਸਟਮੈਂਟ ਪ੍ਰਮੋਸ਼ਨ ਅਵਾਰਡ। ਠੀਕ ਹੈ, ਇਸ 'ਚ ਕੀ ਗੱਲ ਯਾਦ ਰੱਖਣੀ ਹੈ? ਸਿਰਫ ਤੁਸੀਂ ਦੇਖੋ ਜਿਹੜਾ ਇਨਵੈਸਟ ਇੰਡੀਆ ਜਿਹੜੀ ਚੀਜ਼ ਸੀਗੀ, ਇਨਵੈਸਟ ਇੰਡੀਆ, ਉਸ ਨੂੰ ਨੰਬਰ 1 ਅਵਾਰਡ ਘੋਸ਼ਿਤ ਕੀਤਾ ਗਿਆ ਸੀਗਾ ਇਹਨਾਂ ਦੁਆਰਾ। ਠੀਕ ਹੈ, ਇਹ ਕਿਹਦੇ ਦੁਆਰਾ ਕੀਤਾ ਜਾਂਦਾ? ਯੂਨਾਈਟਿਡ ਨੇਸ਼ਨ ਕਾਨਫਰੰਸ ਔਨ ਟ੍ਰੇਡ ਐਂਡ ਡਿਵੈਲਪਮੈਂਟ ਦੁਆਰਾ ਇਹ ਡਿਕਲੇਅਰ ਕੀਤਾ ਜਾਂਦਾ। ਠੀਕ ਹੈ, ਇਹ ਅਵਾਰਡ ਨੂੰ ਮਤਲਬ UNCTAD ਘੋਸ਼ਿਤ ਕਰਦੀ ਹੈ, ਜਿਸ ਵਿੱਚ ਕਿ ਇਨਵੈਸਟ ਇੰਡੀਆ ਨੂੰ ਪਹਿਲਾ ਰੈਂਕ ਮਿਲਿਆ। ਠੀਕ ਹੈ, ਇਸ ਵਿੱਚ ਹੁੰਦਾ ਕੀ ਹੈ ਬੇਸਿਕਲੀ, ਜਿਹੜਾ ਦੇਖੋ ਇਹ ਕਿਉਂ ਮਿਲਿਆ? ਜਿਹੜਾ COVID-19 ਦੇ ਦੌਰਾਨ ਜਿਹੜਾ ਮਤਲਬ ਇਨਵੈਸਟਮੈਂਟ ਲਈ ਜਿਹੜਾ ਵਧੀਆ ਇਨੀਸ਼ੀਏਟਿਵ ਲੈਤੇ ਗਏ ਜਿਹੜੇ, ਠੀਕ ਹੈ, ਉਹ ਉਸ ਕਰਕੇ ਇਸ ਨੂੰ ਇੰਡੀਆ ਨੂੰ ਇਹ ਪਹਿਲਾ ਨੰਬਰ ਮਿਲਿਆ ਸੀਗਾ। ਤਾਂ ਤੁਸੀਂ ਇਹ ਚੀਜ਼ ਯਾਦ ਰੱਖਣੀ ਹੈ ਕਿ ਇਹ ਅਵਾਰਡ ਕਿਹਦੇ ਦੁਆਰਾ ਦਿੱਤਾ ਜਾਂਦਾ ਤੇ ਇੰਡੀਆ ਨੂੰ ਫਸਟ ਅਵਾਰਡ ਮਿਲਿਆ ਸੀਗਾ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਚਲੋ ਉਸ ਤੋਂ ਬਾਅਦ ਤੁਸੀਂ ਇਹ ਯਾਦ ਰੱਖ ਸਕਦੇ ਹੋ ਜਿਹੜਾ UNCTAD ਹੈ ਇਹਦਾ ਹੈੱਡਕੁਆਟਰ ਕਿੱਥੇ ਹੈ? ਜਨੀਵਾ ਸਵਿਟਜ਼ਰਲੈਂਡ 'ਚ ਹੈ। ਠੀਕ ਹੈ, ਇਹੀ ਚੀਜ਼ਾਂ ਪੁੱਛੀਆਂ ਜਾ ਸਕਦੀਆਂ ਨੇ। ਅਗਲਾ ਵਰਲਡ ਮਲੇਰੀਆ ਰਿਪੋਰਟ 2020 ਆਈ ਸੀਗੀ। ਠੀਕ ਹੈ, ਉਸ ਵਿੱਚ ਮਤਲਬ ਸਾਰੀ ਕੰਟਰੀਜ਼ ਜਿੰਨੀ ਵੀ ਇਹਦੇ ਅੰਡਰ ਹੈਗੀਆਂ ਨੇ ਸਾਰਿਆਂ ਨੇ ਰਿਮਾਰਕੇਬਲ ਮਤਲਬ ਯੋਗਦਾਨ ਦਿੱਤਾ ਸੀਗਾ ਮਲੇਰੀਆ ਨੂੰ ਘੱਟ ਕਰਨ 'ਚ, ਜਿਸ ਵਿੱਚ ਇੰਡੀਆ ਦਾ ਯੋਗਦਾਨ ਵੀ ਬਹੁਤ ਅਹਿਮ ਸੀਗਾ। ਠੀਕ ਹੈ, ਤਾਂ ਇਸ 'ਚ ਕੁਐਸਚਨ ਕੀ ਆ ਸਕਦਾ? ਦੇਖੋ ਕੁਐਸਚਨ ਸਿੱਧਾ ਆਏਗਾ ਕਿ ਮਲੇਰੀਆ ਕਿਹਦੇ ਕਾਰਨ ਹੁੰਦਾ ਹੈ? ਤਾਂ ਐਨੋਫਿਲਿਸ ਮੋਸਕੀਟੋ ਹੈ ਜਿਹੜਾ ਇੱਕ ਫੀਮੇਲ ਐਨੋਫਿਲਿਸ ਮੋਸਕੀਟੋ, ਇਹ ਤੁਸੀਂ ਨਾਮ ਯਾਦ ਰੱਖਣਾ। ਠੀਕ ਹੈ, ਇਹ ਕੁਐਸਚਨ ਆਏਗਾ। ਠੀਕ ਹੈ, ਅਗਰ ਆਏਗਾ ਤਾਂ ਇਹੀ ਕੁਐਸਚਨ ਆਏਗਾ। ਐਨੋਫਿਲਿਸ ਮੋਸਕੀਟੋ ਮੱਛਰ ਹੈ, ਇੱਕ ਫੀਮੇਲ ਮੱਛਰ ਹੈ। ਠੀਕ ਹੈ, ਇਹਦੇ ਕਰਕੇ ਤੁਹਾਨੂੰ ਮਲੇਰੀਆ ਹੋਣ ਦੇ ਚਾਂਸ ਇਸੇ ਕਰਕੇ ਹੁੰਦੇ ਨੇ, ਮੱਛਰ ਕਾਰਨ। ਠੀਕ ਹੈ, ਤੇ ਇਸ ਕੋਜ਼ ਬਾਈ ਪਲਾਜ਼ਮੋਡੀਅਮ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਠੀਕ ਹੈ, ਬਾਕੀ ਕੋਈ ਚੀਜ਼ ਇੰਨੀ ਇੰਪੋਰਟੈਂਟ ਨਹੀਂ ਹੈਗੀ। ਬਸ ਇੱਕ ਜਿਹੜੀ ਸਟੇਟ ਹੈ ਉੜੀਸਾ ਦਾ ਜਿਹੜਾ ਪ੍ਰੋਗਰਾਮ ਸੀਗਾ, ਇਨੀਸ਼ੀਏਟਿਵ ਸੀਗਾ ਦੁਰਗਾਮਾ ਐਂਡ ਕਲਾਰਾ ਮਲੇਰੀਆ ਨਿਰਕਾਰਨ ਇਨੀਸ਼ੀਏਟਿਵ, ਉਹਨੇ ਬਹੁਤ ਵਧੀਆ ਪਰਫੋਰਮ ਕੀਤਾ ਸੀਗਾ ਮਲੇਰੀਆ ਨੂੰ ਘੱਟ ਕਰਨ 'ਚ। ਠੀਕ ਹੈ, ਤਾਂ ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ।
ਉਸ ਤੋਂ ਬਾਅਦ ਆ ਜੋ ਗਲੋਬਲ ਨਿਊਟ੍ਰੀਸ਼ਨ ਰਿਪੋਰਟ 2020। ਗਲੋਬਲ ਨਿਊਟ੍ਰੀਸ਼ਨ ਰਿਪੋਰਟ 2020 ਵਿੱਚ ਕੀ ਸੀਗਾ ਕਿ ਜਿਹੜੀ ਵਰਲਡ ਹੈਲਥ ਅਸੈਂਬਲੀ ਆ ਉਹਨੇ 2012 ਵਿੱਚ ਕੁਝ 6 ਪੈਰਾਮੀਟਰ ਬਣਾਏ ਸੀਗੇ, 6 ਟਾਰਗੇਟ ਦਿੱਤੇ ਸੀਗੇ। ਠੀਕ ਹੈ, ਤੁਸੀਂ ਇਹ 6 ਟਾਰਗੇਟ ਪਹਿਲਾਂ ਤਾਂ ਯਾਦ ਰੱਖਣੇ ਨੇ। ਵਰਲਡ ਹੈਲਥ ਅਸੈਂਬਲੀ ਯਾਦ ਰੱਖਣੀ ਹੈ। ਦੇਖੋ, ਸਟੰਟਿੰਗ, ਵੇਸਟਿੰਗ, ਐਨੀਮੀਆ, ਬ੍ਰੈਸਟ ਫੀਡਿੰਗ, ਲੋ ਬਰਥ ਵੇਟ, ਚਾਈਲਡਹੁੱਡ ਓਵਰਵੇਟ। ਠੀਕ ਹੈ, ਤਾਂ ਮਤਲਬ ਇਸ ਤਰ੍ਹਾਂ ਕੰਮ ਕਰਨਾ ਹੈ। ਆਪਾਂ ਟਾਰਗੇਟ ਦਿੱਤੇ ਗਏ ਸੀਗੇ ਉਸ ਟਾਈਮ ਕਿ ਤੁਸੀਂ ਇਸ ਤਰ੍ਹਾਂ ਕੰਮ ਕਰਨਾ ਹੈ ਕਿ ਜਿਹੜੀਆਂ ਇਹ ਕਮਜ਼ੋਰੀਆਂ ਹੁੰਦੀਆਂ ਨੇ, ਜਿਹੜਾ ਬੱਚਾ ਪੈਦਾ ਹੁੰਦਾ ਹੈ, ਕਦੇ ਉਹਦਾ ਬਰਥ ਵੇਟ ਘਟ ਜਾਂਦਾ ਹੈ, ਕਦੇ ਉਹਦੀ ਓਵਰਵੇਟ ਹੋ ਜਾਂਦਾ ਹੈ। ਠੀਕ ਹੈ, ਬ੍ਰੈਸਟ ਫੀਡਿੰਗ ਨਹੀਂ ਲੈਂਦਾ, ਅਨੀਮੀਆ ਹੋ ਜਾਂਦਾ ਜਿਹੜੀ ਮਦਰ ਹੁੰਦੀ ਹੈ। ਠੀਕ ਹੈ, ਵੇਸਟਿੰਗ, ਸਟੰਟਿੰਗ, ਮਤਲਬ ਉਹਦੀ ਜਿਹੜਾ ਪੈਰਾਮੀਟਰਸ ਹੁੰਦੇ ਨੇ, ਉਹਦੇ ਹੈਡ ਦਾ ਸਾਈਜ਼ ਜਾਂ ਉਹ ਸਾਰਾ ਕੁਝ ਮਤਲਬ ਨੋਰਮਲ ਤਰੀਕੇ ਨਾਲ ਨਹੀਂ ਹੁੰਦਾ। ਠੀਕ ਹੈ, ਤਾਂ ਉਹ ਸਾਰੀਆਂ ਚੀਜ਼ਾਂ ਤੁਸੀਂ ਮਤਲਬ ਇਹ 6 ਪੈਰਾਮੀਟਰ ਨੇ ਜਿਹੜੇ ਇਹ ਤੁਸੀਂ ਯਾਦ ਰੱਖਣੇ ਨੇ। ਤੇ ਇਹ ਟਾਰਗੇਟ ਕਿਹਨੇ ਸੈੱਟ ਕੀਤੇ ਸੀਗੇ? ਵਰਲਡ ਹੈਲਥ ਅਸੈਂਬਲੀ ਨੇ ਸੈੱਟ ਕੀਤੇ ਸੀਗੇ। ਠੀਕ ਹੈ, ਇਸ ਵਿੱਚ ਰਿਵਿਊ ਕੀਤਾ ਗਿਆ ਬੇਸਿਕਲੀ ਕਿ ਕਿਹੜੀ ਕੰਟਰੀ ਦੀ ਕੀ ਪੋਜੀਸ਼ਨ ਹੈ, ਤੇ ਆਪਣੀ ਇੰਡੀਆ ਦੀ ਹਲੇ ਕੋਈ ਵਧੀਆ ਪੋਜੀਸ਼ਨ ਨਹੀਂ ਹੈਗੀ। ਯਾਦ ਤੁਸੀਂ ਉਹੀ ਰੱਖਣਾ ਬਸ ਚੀਜ਼। ਠੀਕ ਹੈ, ਉਸ ਤੋਂ ਬਾਅਦ ਆ ਜਾਓ ਨੈਸ਼ਨਲ ਹਾਈਡਰੋਲੋਜੀ ਪ੍ਰੋਜੈਕਟ। ਹੁਣ ਜਿਹੜਾ ਨੈਸ਼ਨਲ ਹਾਈਡਰੋਲੋਜੀ ਪ੍ਰੋਜੈਕਟ ਹੈ, ਇਹ ਬੇਸਿਕਲੀ ਹੈਗਾ ਕੰਜ਼ਰਵੇਸ਼ਨ ਆਫ ਮਤਲਬ ਵਾਟਰ, ਤੇ ਵਾਟਰ ਦਾ ਜਿਹੜਾ ਡਾਟਾ ਹੈ ਉਹਨੂੰ ਇਕੱਠਾ ਕਰਨ ਬਾਰੇ ਹੈ। ਕਿਉਂਕਿ ਜਿੰਨਾ ਡਾਟਾ ਤੁਹਾਡੇ ਲਵੇ ਹੋਊਗਾ ਵਾਟਰ ਦੇ ਰਿਲੇਟਿਡ, ਤੁਸੀਂ ਉੱਦਾਂ ਦੇ ਪ੍ਰੋਜੈਕਟ ਚਲਾ ਸਕਦੇ ਹੋ, ਉੱਦਾਂ ਦੇ ਇਨੀਸ਼ੀਏਟਿਵ ਲੈ ਸਕਦੇ ਹੋ, ਤੇ ਉਹਦੇ ਉੱਪਰ ਹੈ। ਠੀਕ ਹੈ, ਬੇਸਿਕ ਕੁਐਸਚਨ ਕੀ ਆਊਗਾ ਕਿ ਇਹ ਕਿਹੜੀ ਮਿਨਿਸਟਰੀ ਆਫ ਜਲ ਸ਼ਕਤੀ ਦੁਆਰਾ ਇਹਨੂੰ ਲਾਂਚ ਕੀਤਾ ਗਿਆ ਸੀਗਾ। ਠੀਕ ਹੈ, ਤੇ ਇਹ ਵਰਲਡ ਬੈਂਕ ਦੇ ਦੁਆਰਾ ਸਪੋਰਟ ਕੀਤਾ ਜਾਂਦਾ ਹੈ। ਠੀਕ ਹੈ, ਇਹ ਦੋ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ, ਮਿਨਿਸਟਰੀ ਆਫ ਜਲ ਸ਼ਕਤੀ, ਠੀਕ ਹੈ, ਤੇ ਵਰਲਡ ਬੈਂਕ ਦੁਆਰਾ ਇਹਨੂੰ ਸਪੋਰਟ ਕੀਤਾ ਜਾਂਦਾ ਹੈ। ਠੀਕ ਹੈ, ਤਾਂ ਇਹ ਦੋ ਚੀਜ਼ਾਂ ਤੁਹਾਨੂੰ ਪੁੱਛੀਆਂ ਜਾ ਸਕਦੀਆਂ ਨੇ। ਬਾਕੀ ਮੈਂ ਤੁਹਾਨੂੰ ਦੱਸਦਾ ਇਹ ਕਿਸ ਚੀਜ਼ ਲਈ ਹੈ। ਬੇਸਿਕਲੀ ਡਾਟਾ ਇਕੱਠਾ ਕਰਨ ਲਈ ਹੈ, ਜਿਹੜੇ ਵਾਟਰ ਰਿਸੋਰਸਿਸ ਨੇ, ਫਿਰ ਉਹਨੂੰ ਕੰਜ਼ਰਵ ਕਰਨ ਲਈ ਵਧੀਆ ਜੋ ਵੀ ਮੈਨੇਜਮੈਂਟ ਚਾਹੀਦੀ ਹੈ, ਮਤਲਬ ਉਸਦੇ ਉੱਪਰ ਕੰਮ ਕੀਤਾ ਜਾਏਗਾ। ਉਸ ਤੋਂ ਬਾਅਦ ਹੈ ਵਨ ਨੇਸ਼ਨ ਵਨ ਇਲੈਕਸ਼ਨ। ਦੇਖੋ, ਕੁਐਸਚਨ ਤਾਂ ਨਹੀਂ ਕੋਈ ਬਣ ਸਕਦਾ ਇਹਦੇ ਵਿੱਚੋਂ ਮੈਨੂੰ ਜੋ ਲੱਗ ਰਿਹਾ, ਲੇਕਿਨ ਇਹ ਕੀ ਚੀਜ਼ ਹੈ ਵਨ ਨੇਸ਼ਨ ਵਨ ਇਲੈਕਸ਼ਨ? ਕਿ ਸਾਰੇ ਜਿਹੜੇ ਲੋਕ ਸਭਾ ਦੇ ਇਲੈਕਸ਼ਨ ਹੁੰਦੇ ਨੇ ਜਾਂ ਫਿਰ ਜਿਹੜੇ ਤੁਹਾਡੇ ਸਟੇਟਾਂ ਦੇ ਲੈਜਿਸਲੇਟਿਵ ਇਲੈਕਸ਼ਨ ਹੁੰਦੇ ਨੇ, ਉਹ ਇੱਕੋ ਹੀ ਡੇਟ ਤੇ ਹੋਣ। ਠੀਕ ਹੈ, ਇਹ ਪ੍ਰਾਈਮ ਮਿਨਿਸਟਰ ਨੇ ਆਪਣੀ 80th ਇੰਡੀਆ ਪ੍ਰੈਜ਼ਾਈਡਿੰਗ ਆਫਿਸਰ ਕਾਨਫਰੰਸ ਵਿੱਚ, ਜਿਹੜੀ ਕਿ ਮਤਲਬ ਗੁਜਰਾਤ ਵਿੱਚ ਹੋਈ ਸੀਗੀ। ਠੀਕ ਹੈ, ਉਦੋਂ ਉਹਨਾਂ ਨੇ ਸੁਜੈਸਟ ਕੀਤਾ ਸੀਗਾ। ਠੀਕ ਹੈ, ਤਾਂ ਕੁਐਸਚਨ ਇਸ ਦੇ ਉੱਪਰ ਮੈਨੂੰ ਨਹੀਂ ਲੱਗਦਾ ਕਿ ਬਣੇਗਾ, ਲੇਕਿਨ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕੀ ਚੀਜ਼ ਹੈ। ਠੀਕ ਹੈ, ਚਲੋ ਅੱਗੇ ਵੱਧਦੇ ਹਾਂ। ਪ੍ਰੋਟੈਸਟ ਅਗੇਂਸਟ ਫਾਰਮੂਲਾਜ਼। ਦੇਖੋ, ਫਾਰਮੂਲਾਜ਼ ਦੇ ਉੱਪਰ ਕੁਐਸਚਨ ਬਣ ਸਕਦਾ। ਠੀਕ ਹੈ, ਬੇਸਿਕ ਇਨਫੋਰਮੇਸ਼ਨ ਤਾਂ ਇਹੀ ਦਿੱਤੀ ਗਈ ਹੈ ਕਿ ਸਾਰੇ ਇਕੱਠੇ ਹੋ ਕੇ ਜਦੋਂ ਦਿੱਲੀ ਵੱਲ ਗਏ ਸੀਗੇ, ਠੀਕ ਹੈ, ਤਾਂ ਕੁਝ ਮੰਗਾਂ ਸੀਗੀਆਂ ਉਹਨਾਂ ਦੀਆਂ। ਠੀਕ ਹੈ, ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਿੰਦਾ ਕਿ ਜਿਹੜੇ ਨਵੇਂ ਫਾਰਮ ਬਿੱਲ ਆਏ ਨੇ ਉਹ 3 ਨੇ ਐਕਟ। ਠੀਕ ਹੈ, ਜਿਹੜੇ 3 ਐਕਟ ਨੇ ਉਹਨਾਂ ਦਾ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ। ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਮਰਸ, ਠੀਕ ਹੈ, ਐਕਟ 2020। ਫਾਰਮਰਸ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਆਫ ਪ੍ਰਾਈਸ ਇੰਸ਼ੋਰੈਂਸ ਐਂਡ ਫਾਰਮ ਸਰਵਿਸ ਐਕਟ 2020। ਐਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਐਕਟ 2020। ਠੀਕ ਹੈ, ਤਾਂ ਬੇਸਿਕਲੀ ਦੇਖੋ ਯਾਰ, ਜਿਹੜਾ ਪਹਿਲਾ ਸੀਗਾ, ਪਹਿਲੇ 'ਚ ਇਹ ਕਿਹਾ ਗਿਆ ਸੀਗਾ ਕਿ ਜਿਹੜਾ ਵੀ ਕਿਸਾਨ ਆ ਉਹ ਆਪਣੀ ਫਸਲ ਨੂੰ ਕਿਤੇ ਵੀ ਵੇਚ ਸਕਦਾ ਹੈ। ਠੀਕ ਹੈ, ਆਲ ਓਵਰ ਇੰਡੀਆ ਕਿਤੇ ਵੀ ਵੇਚ ਸਕਦਾ ਉਹ। ਠੀਕ ਹੈ, ਪਹਿਲੇ 'ਚ ਤਾਂ ਮੋਟਾ ਮੋਟੀ ਇਹੀ ਗੱਲ ਸੀਗੀ। ਦੂਜੀ 'ਚ ਕੀ ਸੀਗਾ, ਕਾਂਟਰੈਕਟ ਫਾਰਮਿੰਗ ਬਾਰੇ ਕਿਹਾ ਗਿਆ ਸੀਗਾ। ਠੀਕ ਹੈ, ਫਾਰਮਰਸ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਆਫ ਪ੍ਰਾਈਸ ਇੰਸ਼ੋਰੈਂਸ ਐਂਡ ਫਾਰਮ ਸਰਵਿਸ ਐਕਟ 'ਚ ਕਾਂਟਰੈਕਟ ਫਾਰਮਿੰਗ ਬਾਰੇ ਗੱਲ ਕੀਤੀ ਗਈ ਸੀਗੀ। ਐਸੈਂਸ਼ੀਅਲ ਕਮੋਡਿਟੀਜ਼ 'ਚ ਕੁਝ ਜਿਹੜੀਆਂ ਚੀਜ਼ਾਂ ਸੀਗੀਆਂ ਉਹਨੂੰ ਐਸੈਂਸ਼ੀਅਲ ਕਮੋਡਿਟੀ ਤੋਂ ਬਾਹਰ ਕਰ ਦਿੱਤਾ ਗਿਆ ਸੀਗਾ, ਤੇ ਸਟਾਕ ਜਿੰਨਾ ਮੇਨਟੇਨ ਕਰਦੇ ਸੀਗੇ। ਠੀਕ ਹੈ, ਸਟਾਕ ਮਤਲਬ ਜਿਵੇਂ ਕਿ ਆਲੂਆਂ ਦਾ ਸਟਾਕ ਹੋ ਗਿਆ ਜਾਂ ਓਨੀਅਨ ਸਟਾਕ ਹੋ ਗਿਆ ਜਾਂ ਜਿਸ ਵੀ ਚੀਜ਼ ਦਾ ਸਟਾਕ ਹੋਇਆ, ਉਹ ਇੱਕ ਪਹਿਲਾਂ ਲਿਮਿਟ ਹੁੰਦੀ ਸੀ ਕਿ ਹੁਣ ਉਹ ਲਿਮਿਟ 'ਚ ਕੁਝ ਰਿਲੈਕਸੇਸ਼ਨ ਕੀਤੀਆਂ ਗਈਆਂ ਨੇ। ਠੀਕ ਹੈ, ਉਹਨੂੰ ਈਜ਼ ਆਊਟ ਕੀਤਾ ਗਿਆ। ਠੀਕ ਹੈ, ਤਾਂ ਮਤਲਬ ਇਹ 3 ਬੇਸਿਕ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਵੀ ਇਹਨਾਂ ਦੇ ਵਿੱਚ ਕੀ ਸੀਗਾ, ਮਤਲਬ ਕੀ ਕਹਿਣਾ ਚਾਹੁੰਦੇ ਨੇ ਇਹ 3, ਤੇ ਇਹਨਾਂ ਦੇ ਨਾਮ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਉਹ ਤੋਂ ਬਾਅਦ APMC ਦਾ ਫੁੱਲ ਫਾਰਮ ਪੁੱਛਿਆ ਜਾ ਸਕਦਾ। ਜਿਹੜਾ APMC ਮੰਡੀਆਂ ਨੇ ਜਿਹੜੀਆਂ, ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ। ਬੇਸਿਕਲੀ ਇਹ ਕੀ ਸੀਗਾ, ਮਾਰਕੀਟਿੰਗ ਬੋਰਡ ਸੀਗਾ ਜਿਹੜਾ ਕਿ ਸਟੇਟ ਗਵਰਨਮੈਂਟ ਨੇ ਬਣਾਇਆ ਗਿਆ ਸੀਗਾ, ਐਸਟੈਬਲਿਸ਼ ਕੀਤਾ ਸੀਗਾ, ਤਾਂ ਕਿ ਜਿਹੜੇ ਕਿਸਾਨ ਨੇ ਉਹਨਾਂ ਦਾ ਕੋਈ ਮਤਲਬ ਮਿਸਯੂਜ਼ ਨਾ ਕਰ ਸਕੇ। ਠੀਕ ਹੈ, ਰਿਟੇਲਰ
ਤੇ ਕੋਈ ਪ੍ਰਾਈਸਿਸ ਵੀ ਇੱਕ ਲੈਵਲ ਤੋਂ ਵੱਧ ਨਾ ਵੱਧ ਜਾਣ, ਠੀਕ ਹੈ। ਤਾਂ ਇਹ ਉਹਦੇ ਉੱਪਰ ਸੀਗਾ। ਤਾਂ APMC ਦੀ ਫੁੱਲ ਫਾਰਮ ਯਾਦ ਰੱਖਣੀ ਹੈ, ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ, ਠੀਕ ਹੈ। ਬਾਕੀ ਤੁਸੀਂ ਪੜ੍ਹ ਸਕਦੇ ਹੋ, ਠੀਕ ਹੈ, ਜੋ ਮੈंने ਤੁਹਾਨੂੰ ਦੱਸਿਆ ਉਹੀ ਇਸ ਵਿੱਚ ਲਿਖਿਆ ਹੋਇਆ ਹੈ, ਠੀਕ ਹੈ। ਉਸ ਤੋਂ ਬਾਅਦ ਆ ਜਾਓ CMS 01 ਕਮਿਊਨੀਕੇਸ਼ਨ ਸੈਟੇਲਾਈਟ, ਠੀਕ ਹੈ। ਜਿਹੜੀ ਇਹ ਕਮਿਊਨੀਕੇਸ਼ਨ ਸੈਟੇਲਾਈਟ ਸੀਗੀ ਇਹ PSLV C50 ਦੁਆਰਾ ਲਾਂਚ ਕੀਤਾ ਗਿਆ ਸੀਗਾ ਇਸ ਨੂੰ, ਤੇ 77th ਲਾਂਚ ਵਹੀਕਲ ਮਿਸ਼ਨ ਸੀਗਾ ਫਰੋਮ ਸ਼੍ਰੀ ਹਰੀਕੋਟਾ, ਠੀਕ ਹੈ। ਸ਼੍ਰੀ ਹਰੀਕੋਟਾ ਜਿਹੜਾ ਸਤੀਸ਼ ਧਵਨ ਸਪੇਸ ਸੈਂਟਰ ਹੈ ਸ਼੍ਰੀ ਹਰੀਕੋਟਾ 'ਚ, ਠੀਕ ਹੈ, ਉੱਥੋਂ ਇਹਨੂੰ ਲਾਂਚ ਕੀਤਾ ਗਿਆ ਸੀਗਾ, ਠੀਕ ਹੈ। PSLV ਦੀ ਫੁੱਲ ਫਾਰਮ ਕੀ ਹੁੰਦੀ ਹੈ, ਪੋਲਰ ਸੈਟੇਲਾਈਟ ਲਾਂਚ ਵਹੀਕਲ ਹੁੰਦੀ ਹੈ, ਠੀਕ ਹੈ। ਜਿਹੜੀ CMS 01 ਸੀਗੀ ਇਹ ਕਿਹੜੀ ਸੈਟੇਲਾਈਟ ਸੀਗੀ, ਆ ਸਕਦਾ ਕੁਐਸਚਨ, ਕਮਿਊਨੀਕੇਸ਼ਨ ਸੈਟੇਲਾਈਟ ਸੀਗੀ, ਠੀਕ ਹੈ। ਤੇ ਇਹ ਜੀਓ ਸਿੰਕਰੋਨਸ ਔਰਬਿਟ ਜਿਹੜਾ ਕਿ ਅਰਥ ਦਾ ਰੋਟੇਸ਼ਨ ਹੈ ਉਸ ਨੂੰ ਮੈਚ ਕਰਦਾ ਹੁੰਦਾ, ਜੀਓ ਸਿੰਕਰੋਨਸ ਔਰਬਿਟ, ਠੀਕ ਹੈ। ਤੇ ਕਿਸ ਲਈ ਲਾਂਚ ਕੀਤੀ ਗਈ ਹੈ, ਤਾਂ ਕਿ ਜਿਹੜਾ ਵੈਦਰ ਮੋਨੀਟਰਿੰਗ ਕੀਤੀ ਜਾ ਸਕੇ, ਠੀਕ ਹੈ, ਮੌਸਮ ਬਾਰੇ, ਠੀਕ ਹੈ, ਕਮਿਊਨੀਕੇਸ਼ਨ ਬਾਰੇ ਤੇ ਸਰਵੇਲੈਂਸ ਕਰਨ ਲਈ ਇਹ ਸੈਟੇਲਾਈਟ ਲਾਂਚ ਕੀਤੀ ਗਈ ਹੈ, ਠੀਕ ਹੈ। ਇਹ ਕੁਝ ਚੀਜ਼ਾਂ ਨੇ ਜਿਹੜੀਆਂ ਤੁਸੀਂ ਇਸ ਬਾਰੇ ਯਾਦ ਰੱਖਣੀਆਂ ਨੇ। ਅਗਲਾ ਪ੍ਰੋਜੈਕਟ ਨੇਤਰ, ਦੇਖੋ ਨੇਤਰ ਕੀ ਚੀਜ਼ ਹੈ। ਜਿਵੇਂ ਹੁਣ ਸਪੇਸ 'ਚ ਤੁਸੀਂ ਸੈਟੇਲਾਈਟ ਲਾਂਚ ਕੀਤੀ, ਠੀਕ ਹੈ, ਸੈਟੇਲਾਈਟ ਲਾਂਚ ਕਰਨ ਤੋਂ ਬਾਅਦ ਕੋਈ ਚੀਜ਼ ਉਸ ਨੂੰ ਟਕਰਾ, ਉਹਦੇ ਸਪੇਸ ਦੇ ਅੰਦਰ ਡੈਬਰੀਜ਼ ਹੁੰਦੇ ਨੇ, ਡੈਬਰੀਜ਼ ਮਤਲਬ ਵੀ ਕੋਈ ਵੀ ਚੀਜ਼ ਬਚ ਕੇ ਜਿਹੜੀ ਟੁੱਟੀ ਹੋਈ ਚੀਜ਼ਾਂ ਨੇ, ਜਿਹੜੀਆਂ ਮਤਲਬ ਕੋਈ ਪੱਥਰ ਹੋ ਗਿਆ, ਕੋਈ ਚੀਜ਼ ਟੁੱਟੀ ਹੋਈ ਚੀਜ਼ਾਂ ਨੇ, ਜਿਵੇਂ ਸੈਟੇਲਾਈਟ ਦਾ ਕੁਝ ਪਾਰਟ ਟੁੱਟ ਕੇ ਉੱਪਰ ਘੁੰਮ ਰਿਹਾ, ਠੀਕ ਹੈ, ਉਹ ਹੋ ਸਕਦਾ ਵੀ ਜਿਹੜੀ ਤੁਸੀਂ ਹੁਣ ਸੈਟੇਲਾਈਟ ਲਾਂਚ ਕਰ ਰਹੇ ਹੋ ਉਹਦੇ ਵਿੱਚ ਆ ਕੇ ਟਕਰਾ ਸਕਦਾ, ਠੀਕ ਹੈ। ਤਾਂ ਉਹਦੀ ਸਰਵੇਲੈਂਸ ਕਰਨ ਲਈ, ਉਹਨੂੰ ਦੇਖਣ ਲਈ, ਉਹਨੂੰ ਓਬਜ਼ਰਵ ਕਰਨ ਲਈ, ਤਾਂ ਕਿ ਆਪਾਂ ਪਹਿਲਾਂ ਹੀ ਆਪਣੀ ਸੈਟੇਲਾਈਟ ਨੂੰ ਬਚਾ ਸਕੀਏ, ਉਹਦੀ ਡਾਇਰੈਕਸ਼ਨ ਚੇਂਜ ਕਰ ਸਕੀਏ, ਠੀਕ ਹੈ। ਤਾਂ ਕਰਕੇ ਇਹ ਪ੍ਰੋਜੈਕਟ ਨੇਤਰ ਇੱਕ ਮਤਲਬ ਇਸਰੋ ਦਾ ਮਤਲਬ ਇੱਕ ਪ੍ਰੋਜੈਕਟ ਹੈ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ, ਤਾਂ ਫੁੱਲ ਫਾਰਮ ਯਾਦ ਰੱਖਣਾ। ਸਭ ਤੋਂ ਪਹਿਲਾਂ ਤਾਂ ਨੈਟਵਰਕ ਫॉर ਸਪੇਸ ਆਬਜੈਕਟ ਟਰੈਕਿੰਗ ਐਂਡ ਐਨਾਲਿਸਿਸ, ਠੀਕ ਹੈ। ਨੈਟਵਰਕ ਫॉर ਸਪੇਸ ਆਬਜੈਕਟ ਟਰੈਕਿੰਗ ਐਂਡ ਐਨਾਲਿਸਿਸ ਇਸਰੋ ਦਾ ਪ੍ਰੋਜੈਕਟ ਹੈ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਇਸਰੋ ਦਾ ਸਪੇਸ ਸਿਚੁਏਸ਼ਨਲ ਅਵੇਅਰਨੈਸ ਕੰਟਰੋਲ ਸੈਂਟਰ ਹੈ ਨਾ, ਉੱਥੋਂ ਮਤਲਬ ਇਹਨੂੰ ਫਾਰਮਲੀ ਇਨੋਗਰੇਟ ਕੀਤਾ ਗਿਆ ਸੀਗਾ। ਜਿਹੜੇ ਉਹਦੇ ਚੇਅਰਮੈਨ ਸੀਗੇ ਇਸਰੋ ਦੇ ਡਾਕਟਰ ਕੇ ਸਿਵਾਨ, ਠੀਕ ਹੈ, ਇਹ ਵੀ ਤੁਸੀਂ ਨਾਮ ਯਾਦ ਰੱਖ ਸਕਦੇ ਹੋ, ਠੀਕ ਹੈ। ਬੇਸਿਕਲੀ ਨੇਤਰ ਮੈਂ ਤੁਹਾਨੂੰ ਦੱਸਤਾ ਕਿਸ ਚੀਜ਼ ਲਈ ਹੈ, ਤੇ ਇਹਦੀ ਫੁੱਲ ਫਾਰਮ ਤੁਸੀਂ ਯਾਦ ਰੱਖਿਓ, ਠੀਕ ਹੈ। ਇਹੀ ਚੀਜ਼ਾਂ ਪੁੱਛੀਆਂ ਜਾ ਸਕਦੀਆਂ ਨੇ। ਉਸ ਤੋਂ ਬਾਅਦ ਆ ਗਿਆ ਉन्नत भारत ਅਭਿਆਨ ਸਕੀਮ। ਜਿਹੜੀ उन्नत भारत ਅਭਿਆਨ ਸਕੀਮ ਹੈ ਮਿਨਿਸਟਰੀ ਆਫ ਐਜੂਕੇਸ਼ਨ ਦੁਆਰਾ ਲਾਂਚ ਕੀਤੀ ਗਈ ਹੈ, ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਤੇ IIT ਜਿਹੜਾ IIT ਦਿੱਲੀ ਹੈ ਉਹ ਇਹਦਾ ਨੋਡਲ ਏਜੰਸੀ ਹੈ, ਠੀਕ ਹੈ। ਇਹ ਚੀਜ਼ ਕੀ ਹੈ, ਹੁਣ ਮੈਂ ਤੁਹਾਨੂੰ ਚੀਜ਼ ਦੱਸ ਦਿੰਦਾ। उन्नत भारत ਅਭਿਆਨ ਸਕੀਮ ਕੀ ਹੈ ਕਿ ਜਿਵੇਂ ਹੁਣ ਡਿਸਟ੍ਰਿਕਟ, ਜਿਵੇਂ ਹੁਣ ਪੇਂਡੂ ਲੋਕ ਨੇ ਜਾਂ ਫਿਰ ਜਿਹੜੇ ਪਿੰਡਾਂ ਵਿੱਚ ਰਹਿੰਦੇ ਨੇ, ਠੀਕ ਹੈ, ਹੁਣ ਉਹਨਾਂ ਨੂੰ ਇਹ ਜਿਹੜਾ IIT ਵਾਲੇ ਲੋਕ ਨੇ, ਠੀਕ ਹੈ, ਉਹਨਾਂ ਦੀ ਡਿਵੈਲਪਮੈਂਟ ਲਈ, ਉਹਨਾਂ ਦੇ ਮਤਲਬ ਉਹਨਾਂ ਦੀ ਹੋਲ ਜੋ ਵੀ ਉਹਨਾਂ ਦੀ ਰਿਕੁਆਇਰਮੈਂਟ ਆ ਉਸ ਤਰੀਕੇ ਦਾ ਮਤਲਬ ਉਹਨਾਂ ਨੂੰ ਹੈਲਪ ਕਰਨਗੇ। ਜਿਵੇਂ ਸਟੇਟ ਗੌਰਮੈਂਟ ਨੂੰ ਹੈਲਪ ਕਰਨਗੇ, ਡਿਸਟ੍ਰਿਕਟ ਅਥਾਰਟੀਜ਼ ਨੂੰ, NGOs ਨੂੰ, PRIs ਨੂੰ, ਮਤਲਬ ਜਿਹੜੀ ਚੀਜ਼ਾਂ ਉਹਨਾਂ ਲਈ ਕੀਤੀਆਂ ਜਾ ਰਹੀਆਂ ਨੇ ਆਲਰੇਡੀ ਉਹਦੇ ਵਿੱਚ ਸੁਧਾਰ ਕਰਨਗੇ ਕੁਛ, ਠੀਕ ਹੈ। ਤਾਂ ਤੁਸੀਂ ਦੋ ਚੀਜ਼ਾਂ ਯਾਦ ਰੱਖਣੀਆਂ ਨੇ, ਮਿਨਿਸਟਰੀ ਆਫ ਐਜੂਕੇਸ਼ਨ ਤੇ IIT ਦਿੱਲੀ, ਠੀਕ ਹੈ। ਚਲੋ ਅੱਗੇ ਰੋਸ਼ਨੀ ਐਕਟ। ਰੋਸ਼ਨੀ ਐਕਟ ਦੇਖੋ ਕੀ ਸੀਗਾ, ਕੁਐਸਚਨ ਕੀ ਆਊਗਾ ਵੀ ਰੋਸ਼ਨੀ ਐਕਟ ਕੀ ਹੈ, ਠੀਕ ਹੈ। ਤੇ ਇੱਕ ਦੋ ਚੀਜ਼ਾਂ ਹੋਰ ਪੁੱਛੀਆਂ ਜਾ ਸਕਦੀਆਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸਤਾ, ਠੀਕ ਹੈ। ਜੰਮੂ ਐਂਡ ਕਸ਼ਮੀਰ ਨੇ, ਇਹਦੀ ਗਵਰਨਮੈਂਟ ਨੇ ਇਸ ਨੂੰ ਰੋਸ਼ਨੀ ਐਕਟ ਨੂੰ ਨਲ ਐਂਡ ਵੋਇਡ ਕਰਤਾ, ਠੀਕ ਹੈ। ਨਲ ਐਂਡ ਵੋਇਡ ਮਤਲਬ ਵੀ ਇਹਨੂੰ ਖਤਮ ਕਰਤਾ। ਇਹ ਕੀ ਐਕਟ ਸੀਗਾ, ਇਹ ਸੀਗਾ, ਇਹ ਪਾਵਰ ਦਿੰਦਾ ਸੀਗਾ, ਮਤਲਬ ਓਨਰਸ਼ਿਪ ਦਿੰਦਾ ਸੀਗਾ ਅਕੂਪੈਂਟ, ਮਤਲਬ ਕੋਈ ਵੀ ਬੰਦਾ ਹੈ ਜਿਹੜਾ, ਠੀਕ ਹੈ, ਤਾਂ ਮਤਲਬ ਅਗਰ ਉਸਨੂੰ ਰਿਕੁਆਇਰਮੈਂਟ ਹੈ ਉਸਦੀ, ਤਾਂ ਉਸਨੂੰ ਮਤਲਬ ਜਿਵੇਂ ਤੁਸੀਂ ਕਹਿ ਲਓ ਵੀ ਫਾਰਮਰਸ ਨੇ ਜਾਂ ਫਿਰ ਕੋਈ ਹੋਰ ਬੰਦਾ ਹੈ, ਠੀਕ ਹੈ, ਕੋਈ ਵੀ ਬੰਦਾ ਹੈ, ਠੀਕ ਹੈ, ਉਹ ਉਸਨੂੰ ਮਤਲਬ ਕੋਈ ਲੈਂਡ ਹੈ ਜਿਹੜੀ ਗਵਰਨਮੈਂਟ ਯੂਜ਼ ਨਹੀਂ ਕਰ ਰਹੀ, ਠੀਕ ਹੈ, ਉਹ ਕੁਝ ਬੰਦਿਆਂ ਨੂੰ ਮਤਲਬ ਓਨਰਸ਼ਿਪ ਉਹਦੀ ਦਿੱਤੀ ਜਾ ਸਕਦੀ ਸੀਗੀ, ਠੀਕ ਹੈ। ਤਾਂ ਉਹਦਾ ਮਿਸਯੂਜ਼ ਹੋਣਾ ਸ਼ੁਰੂ ਹੋ ਗਿਆ ਸੀਗਾ, ਤਾਂ ਉਹਨੂੰ ਰੋਕਣ ਲਈ ਇਹ ਐਕਟ ਨੂੰ ਕੈਂਸਲ ਕਰ ਦਿੱਤਾ ਗਿਆ ਹੈ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਜਿਹੜਾ ਰੋਸ਼ਨੀ ਐਕਟ ਹੈ, ਠੀਕ ਹੈ, ਇਹ ਕੀ ਸੀਗਾ, ਵੈਸਟਿੰਗ ਆਫ ਓਨਰਸ਼ਿਪ ਟੂ ਦਾ ਆਕੂਪੈਂਟਸ, ਠੀਕ ਹੈ, ਆਲਸੋ ਨੋਨ ਐਜ਼ ਰੋਸ਼ਨੀ ਐਕਟ, ਠੀਕ ਹੈ। ਇਹ ਚੀਜ਼ ਲਾਈਨ ਤੁਸੀਂ ਯਾਦ ਰੱਖਣੀ ਹੈ। ਦੂਜੀ ਗੱਲ ਤੁਸੀਂ ਕੀ ਯਾਦ ਰੱਖਣੀ ਹੈ ਕਿ ਜਿਹੜਾ ਰੋਸ਼ਨੀ ਐਕਟ ਹੈ, ਠੀਕ ਹੈ, ਉਹ ਉਸਨੂੰ ਰੋਸ਼ਨੀ ਐਕਟ ਕਿਉਂ ਕਿਹਾ ਜਾਂਦਾ ਹੈ, ਕਿਉਂਕਿ ਜਿਹੜਾ ਇਹਦੇ ਵਿੱਚੋਂ ਰੈਵਨਿਊ ਸਰਕਾਰ ਕਮਾਊਗੀ ਉਹ ਹਾਈਡਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟ 'ਚ ਯੂਜ਼ ਕਰੂਗੀ, એનર્ਜੀ ਪ੍ਰੋਡਿਊਸ ਕਰਨ 'ਚ ਯੂਜ਼ ਕਰੂਗੀ, ਤਾਂ ਕਰਕੇ ਇਸ ਨੂੰ ਰੋਸ਼ਨੀ ਐਕਟ ਕਿਹਾ ਜਾਂਦਾ ਸੀਗਾ, ਠੀਕ ਹੈ। ਤਾਂ ਤੁਸੀਂ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਇਸ ਵਿੱਚ ਯਾਦ ਰੱਖਣੀਆਂ ਨੇ ਕਿ ਇਹ ਸਭ ਤੋਂ ਪਹਿਲਾਂ ਤਾਂ ਕਿ ਰੋਸ਼ਨੀ ਐਕਟ ਕੀ ਹੈ, ਠੀਕ ਹੈ, ਜਿਹੜਾ ਐਕੂਪੈਂਟ ਨੇ, ਠੀਕ ਹੈ, ਉਹਨੂੰ ਓਨਰਸ਼ਿਪ ਦੇਣ ਉੱਪਰ ਹੈ, ਠੀਕ ਹੈ। ਦੂਜਾ, ਇਹਨੂੰ ਰੋਸ਼ਨੀ ਐਕਟ ਕਿਉਂ ਕਿਹਾ ਜਾਂਦਾ ਹੈ,
इसनूं इस करके किहा ਜਾਂਦਾ है क्योंकि ये तो हाइड्रो पावर ਪ੍ਰੋਡਿਊਸ ਕਰਨੀ ਸੀਗੀ એનર્ਜੀ ਪ੍ਰੋਡਿਊਸ ਕਰਨੀ ਸੀਗੀ। ਠੀਕ ਹੈ, ਇਹ ਦੋ ਗੱਲਾਂ ਤੁਸੀਂ ਯਾਦ ਰੱਖਣੀਆਂ ਤੇ ਜੰਮੂ ਐਂਡ ਕਸ਼ਮੀਰ 'ਚ ਇਸ ਨੂੰ ਲਾਗੂ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਆ ਜਾਓ ਕਨਵਰਟਿੰਗ ਵੇਸਟ ਟੂ એનર્ਜੀ। ਠੀਕ ਹੈ, ਕਨਵਰਟਿੰਗ ਵੇਸਟ ਟੂ એનર્ਜੀ ਵਿੱਚ ਕੀ ਹੈ ਕਿ ਇੱਕ ਪਲਾਂਟ ਬਣਾਇਆ ਗਿਆ ਹੈ। ਪਲਾਂਟ ਕਿੱਥੇ ਬਣਾਇਆ ਗਿਆ ਹੈ? ਬਿਦਈ ਕਰਨਾਟਕਾ ਵਿੱਚ ਬਣਾਇਆ ਗਿਆ 5 ਮੈਗਾਵਾਟ ਦਾ ਵੇਸਟ ਟੂ એનર્ਜੀ ਪਲਾਂਟ ਹੈ, ਜਿਹੜਾ ਕਿ 600 ਟਨ ਪਰ ਡੇ ਆਫ ਇਨਆਰਗੈਨਿਕ ਵੇਸਟ ਨੂੰ ਯੂਜ਼ ਕਰਕੇ, ਠੀਕ ਹੈ, ਉਸ ਤੋਂ એનર્ਜੀ ਪ੍ਰੋਡਿਊਸ ਕਰੂਗਾ ਤੇ ਉਸ ਨੂੰ ਕੀ ਕਿਹਾ ਜਾਂਦਾ? ਰੀਫਿਊਜ਼ ਡਰਾਈਵਡ ਫਿਊਲ। ਠੀਕ ਹੈ, ਇਹ ਤਿੰਨ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ। ਠੀਕ ਹੈ, ਮਤਲਬ ਬੇਸਿਕਲੀ ਕੀ ਹੈ ਕਿ ਯਾਰ ਜਿਹੜਾ ਇਨਆਰਗੈਨਿਕ ਵੇਸਟ ਹੁੰਦਾ ਹੈ ਉਸ ਨੂੰ ਜਲਾ ਕੇ, ਠੀਕ ਹੈ, ਉਸ ਨੂੰ ਫਿਊਲ ਦੇ ਤੌਰ ਤੇ ਯੂਜ਼ ਕਰਕੇ ਉਹ ਤੋਂ ਸਟੀਮ ਪ੍ਰੋਡਿਊਸ ਕਰਕੇ એનર્ਜੀ ਪ੍ਰੋਡਿਊਸ ਕੀਤੀ ਜਾਊਗੀ, ਜਿਹੜੀ ਕਿ ਮਤਲਬ ਲੋਕਾਂ ਨੂੰ ਪ੍ਰੋਵਾਈਡ ਕੀਤੀ ਜਾਊਗੀ। 5 ਮੈਗਾਵਾਟ ਦਾ ਪਲਾਂਟ ਹੈ ਇਹ। ਠੀਕ ਹੈ, ਤੁਸੀਂ ਯਾਦ ਰੱਖਣਾ ਬਿਦਈ ਕਰਨਾਟਕਾ ਵਿੱਚ ਇਹ ਇਨੀਸ਼ੀਏਟਿਵ ਲਿੱਤਾ ਗਿਆ ਸੀਗਾ। ਉਸ ਤੋਂ ਬਾਅਦ ਆ ਜਾਓ ਕੁਝ ਇੰਪੋਰਟੈਂਟ ਅਵਾਰਡਸ ਬਾਰੇ ਗੱਲ ਕਰ ਲੈਂਦੇ ਹਾਂ। ਠੀਕ ਹੈ, ਦੇਖੋ ਬੁਕਰ, ਮੈਂ ਤੁਹਾਨੂੰ ਮੇਨ ਅਵਾਰਡ ਹੀ ਦੱਸੂਗਾ ਜਿਹੜੇ ਕਿ ਕੁਐਸਚਨ ਪੁੱਛੇ ਜਾ ਸਕਦੇ ਨੇ। ਠੀਕ ਹੈ, ਦੇਖੋ ਬੁਕਰ ਪ੍ਰਾਈਜ਼ 2020, ਹੂ ਵਾਸ ਗਿਵਨ ਦਾ ਬੁਕਰ ਪ੍ਰਾਈਜ਼ 2020। ਠੀਕ ਹੈ, ਡੋਗਲਸ ਸਟੂਅਰਟ ਦਾ ਨਾਮ ਯਾਦ ਰੱਖਣਾ। ਕਿਸ ਚੀਜ਼ ਲਈ ਮਿਲਿਆ ਸੀਗਾ ਉਹਨੂੰ? ਇੱਕ ਉਹਨੇ ਜਿਹੜੀ ਬੁੱਕ ਲਿਖੀ ਸੀਗੀ, ਨੋਵਲ ਲਿਖੀ ਸੀਗੀ ਸ਼ੂਗੀ ਬੇਨ। ਠੀਕ ਹੈ, ਉਸ ਲਈ ਸੀਗਾ। ਤੇ ਇਹ ਕਿਸ ਚੀਜ਼ ਲਈ ਸੀਗੀ? ਇਹ ਬॉय ਸਟਰਗਲ ਫॉर ਹਰ ਮਦਰ ਡਿਊਰਿੰਗ 1980s ਗਲਾਸਗੋ। ਠੀਕ ਹੈ, ਇਹ ਤਿੰਨ ਚੀਜ਼ਾਂ ਦਾ ਤੁਸੀਂ ਯਾਦ ਰੱਖਿਆ ਨੇ। ਬਸ ਜਿਹੜੀ ਮੇਨ ਚੀਜ਼ ਯਾਦ ਰੱਖਣੀ ਹੈ ਕਿ ਇਹ 'ਚ ਇੱਕ ਇੰਡੀਅਨ ਵੀ ਸੀਗਾ, ਇੰਡੀਅਨ ਓਰੀਜਨ ਆਥਰ ਆਵਨੀ ਦੋਸ਼ੀ। ਠੀਕ ਹੈ, ਜਿਹਦੀ ਕਿਤਾਬ ਸੀਗੀ ਬਰਨਟ ਸ਼ੂਗਰ। ਠੀਕ ਹੈ, ਨੋਵਲ, ਇਹਦਾ ਨਾਮ ਤੁਸੀਂ ਯਾਦ ਰੱਖਣਾ, ਆਵਨੀ ਦੋਸ਼ੀ। ਠੀਕ ਹੈ, ਇੰਡੀਅਨ ਓਰੀਜਨ ਆਥਰ ਸੀਗਾ। ਉਸ ਤੋਂ ਬਾਅਦ ਹੈ ਜਿਹੜਾ ਵਿਨਰ ਆਫ ਇੰਟਰਨੈਸ਼ਨਲ ਬੁਕਰ ਪ੍ਰਾਈਜ਼ 2020। ਦੇਖੋ ਇਹ ਸਿੰਪਲ ਬੁਕਰ ਪ੍ਰਾਈਜ਼ ਸੀਗਾ, ਇਹ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਹੈ। ਠੀਕ ਹੈ, ਇਹਦਾ ਨਾਮ ਕਿਉਂ ਇੰਪੋਰਟੈਂਟ ਹੋ ਜਾਂਦਾ? ਮੈਰੀ ਲੁਕਾ ਦਾ ਇਹਦਾ ਨਾਮ ਇਸ ਲਈ ਇੰਪੋਰਟੈਂਟ ਹੋ ਜਾਂਦਾ ਸੀ ਕਿਉਂਕਿ ਯੰਗੈਸਟ ਆਥਰ ਸੀਗੀ ਜਿਹਨੇ 29 ਈਅਰਸ ਦੀ ਏਜ ਵਿੱਚ ਆਪਣੇ ਡੈਬਿਊ ਵਿੱਚ ਇਹ ਨੋਵਲ ਸੀਗੀ ਇਹਦੀ ਡਿਸਕੰਫਰਟ ਆਫ ਈਵਨਿੰਗ ਵਿੱਚ, ਜਿਸ ਨੇ ਪ੍ਰਾਈਜ਼ ਜਿੱਤਿਆ ਸੀਗਾ। ਠੀਕ ਹੈ, ਤੇ ਇਹਨੇ ਆਪਣਾ ਵਰਕ ਨਾ ਪਹਿਲਾਂ ਮਤਲਬ ਪਬਲਿਸ਼ ਕਰਤਾ ਸੀਗਾ, ਲੇਕਿਨ ਇਸ ਨੂੰ ਟਰਾਂਸਲੇਟ ਕੀਤਾ ਸੀਗਾ ਮਾਈਕਲ ਹੁਚਸਨ ਨੇ। ਠੀਕ ਹੈ, ਤਾਂ ਦੋਨਾਂ ਨੂੰ ਆਥਰ ਤੇ ਟਰਾਂਸਲੇਟਰ ਨੂੰ ਦੋਨਾਂ ਨੂੰ ਪ੍ਰਾਈਜ਼ ਦਿੱਤਾ ਗਿਆ ਸੀਗਾ। ਠੀਕ ਹੈ, ਉਰੇ ਤੱਕ ਤੁਸੀਂ ਪੜ੍ਹ ਲਓ, ਇਹ ਇੰਨਾ ਹੀ ਪੁੱਛਿਆ ਜਾਊਗਾ। ਉਸ ਤੋਂ ਬਾਅਦ ਤਾਂ ਪੁਰਾਣਾ 2019 2018 ਤੱਕ ਉਹ ਨਹੀਂ ਆ ਸਕਦਾ। ਇੰਟਰਨੈਸ਼ਨਲ ਚਿਲਡਰਨਸ ਪੀਸ ਪ੍ਰਾਈਜ਼ ਕਿਹਨੂੰ ਮਿਲਿਆ? ਸਦਾਤ ਰਹਿਮਾਨ ਨੂੰ ਮਿਲਿਆ। ਠੀਕ ਹੈ, ਇਹਨੂੰ ਕਿਸ ਚੀਜ਼ ਲਈ ਮਿਲਿਆ ਸੀਗਾ? ਕ੍ਰੀਏਟਿੰਗ ਦਾ ਐਂਟੀ ਸਾਈਬਰ ਬੁਲਿੰਗ ਐਪ ਬਣਾਈ ਸੀਗੀ ਇਹਨੇ। ਕਿਹਨੇ ਦਿੱਤਾ ਸੀਗਾ? ਮਲਾਲਾ ਯੂਸਫਜ਼ਾਈ ਨੇ ਦਿੱਤਾ ਸੀਗਾ। ਨੋਬਲ ਪੀਸ ਲਿਓਰੇਟ ਹੈ ਇਹ। ਠੀਕ ਹੈ, ਹੁਣ ਨੋਬਲ ਪ੍ਰਾਈਜ਼ਸ ਬਾਰੇ ਗੱਲ ਕਰਦੇ ਹਾਂ ਕਿਉਂਕਿ ਨੋਬਲ ਪ੍ਰਾਈਜ਼ ਮਿਲੇ ਸੀਗੇ। ਠੀਕ ਹੈ, ਇਹ ਕਿਹਦੇ ਦੁਆਰਾ ਦਿੱਤੇ ਜਾਂਦੇ ਨੇ? ਕੈਰੋਲਿਨਸਿਕਾ ਇੰਸਟੀਚਿਊਟ ਇਨ ਸਟਾਕਹੋਮ ਸਵੀਡਨ ਦੇ ਦੁਆਰਾ ਦਿੱਤੇ ਜਾਂਦੇ ਨੇ। ਠੀਕ ਹੈ, ਕੀ ਮਿਲਦਾ ਇਸ 'ਚ? ਗੋਲਡ ਮੈਡਲ ਮਿਲਦਾ, ਡਿਪਲੋਮਾ ਮਿਲਦਾ, 10 ਮਿਲੀਅਨ ਸਵੀਡਿਸ਼ ਕਰੋਨਰ ਮਿਲਦਾ। ਠੀਕ ਹੈ, ਤੇ ਪੀਸ ਪ੍ਰਾਈਜ਼ ਕਿਹਨੂੰ ਮਿਲਿਆ? ਨੋਬਲ ਪੀਸ ਪ੍ਰਾਈਜ਼ 2020 ਕਿਹਨੂੰ ਮਿਲਿਆ? ਯੂਐਨਸ ਵਰਲਡ ਫੂਡ ਪ੍ਰੋਗਰਾਮ ਨੂੰ ਨੋਬਲ ਪੀਸ ਪ੍ਰਾਈਜ਼ 2020 ਮਿਲਿਆ। ਠੀਕ ਹੈ, ਦੇਖੋ ਇਹ ਸਾਰੀ ਚੀਜ਼ਾਂ ਵੈਸੇ ਤਾਂ ਇੰਪੋਰਟੈਂਟ ਹਨ, ਲੇਕਿਨ ਤੁਸੀਂ ਇੱਕ ਵਾਰ ਬਸ ਸਿਰਫ ਇਹ ਜ਼ਰੂਰ ਗੋ ਥਰੂ ਕਰ ਲੈਣਾ ਕਿ ਪੀਸ ਪ੍ਰਾਈਜ਼ ਕਿਹਨੂੰ ਮਿਲਿਆ? ਯੂਐਨਸ ਵਰਲਡ ਫੂਡ ਪ੍ਰੋਗਰਾਮ ਨੂੰ ਮਿਲਿਆ। ਠੀਕ ਹੈ, ਉਸ ਤੋਂ ਬਾਅਦ ਇਹ ਵਾਲੀ ਸਾਰੀ ਚੀਜ਼ਾਂ ਤੁਸੀਂ ਆਪਸ਼ਨਲ ਨੇ ਪੜ੍ਹਨੀਆਂ ਚਾਹੁੰਦੇ ਹੋ ਤਾਂ ਪੜ੍ਹ ਸਕਦੇ ਹੋ। ਠੀਕ ਹੈ, ਓਬਵੀਅਸਲੀ ਕਿਸ ਲਈ ਹੋਊਗਾ ਕਿ ਹੰਗਰ ਤੇ ਫੂਡ ਸਿਕਿਉਰਿਟੀ ਦੇ ਇਸ਼ੂ ਨੂੰ ਐਡਰੈਸ ਕਰਨ ਲਈ ਸੀਗਾ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਇਹ ਇੰਡੀਆ ਵਿੱਚ ਸੀਗਾ ਕੰਟਰੀ ਸਟ੍ਰੈਟਜੀ ਪਲਾਨ ਇੰਡੀਆ ਵਿੱਚ ਚੱਲ ਰਿਹਾ, ਜਿਸ ਦਾ ਕੀ ਮਕਸਦ ਹੈ ਕਿ ਜਿਹੜੇ ਜ਼ਿਆਦਾ ਅਫੈਕਟਡ ਏਰੀਆਜ਼ ਨੇ, ਜਿੱਥੇ ਜ਼ਿਆਦਾ ਲੋੜ ਹੈ ਉੱਥੇ ਕੰਮ ਕੀਤਾ ਜਾਵੇ। ਠੀਕ ਹੈ, ਇਹ ਤੁਸੀਂ ਯਾਦ ਰੱਖ ਸਕਦੇ ਹੋ। ਮੈਡੀਸਨ ਲਈ ਕਿਹਨੂੰ ਮਿਲਿਆ ਸੀਗਾ? ਠੀਕ ਹੈ, 2 ਅਮਰੀਕਨ ਸੀਗੇ, ਇਹਨਾਂ ਦੇ ਨਾਮ ਦੇਖ ਸਕਦੇ ਹੋ ਇੱਕ ਵਾਰ, ਵੈਸੇ ਕੁਐਸਚਨ ਨਹੀਂ ਆਏਗਾ। ਕਿਸ ਚੀਜ਼ ਲਈ ਸੀਗਾ? ਠੀਕ ਹੈ, ਹੈਪੇਟਾਈਟਿਸ ਸੀ ਵਾਇਰਸ ਦੀ ਮਤਲਬ ਉੱਪਰ ਕੰਮ ਕੀਤਾ ਸੀਗਾ, ਡਿਸਕਵਰੀ ਦੇ ਉੱਪਰ ਸੀਗਾ। ਠੀਕ ਹੈ, ਤਾਂ ਇਸ ਨੂੰ ਤੁਸੀਂ ਯਾਦ ਰੱਖ ਸਕਦੇ ਹੋ। ਦੇਖੋ ਇੱਕ ਵਾਰ ਗੋ ਥਰੂ ਕਰ ਲਓ, ਜ਼ਰੂਰ ਕਰ ਲਓ ਗੋ ਥਰੂ, ਬਟ ਕੁਐਸਚਨ ਆਉਣ ਦੇ ਚਾਂਸ, ਕਿਉਂਕਿ ਕੋਈ ਇੰਡੀਅਨ ਡਾਇਰੈਕਟਲੀ ਇਨਵੋਲਵ ਨਹੀਂ ਹੈਗਾ ਤਾਂ ਕਰਕੇ ਕੁਐਸਚਨ ਆਉਣ ਦੇ ਚਾਂਸ ਘੱਟ ਨੇ। ਠੀਕ ਹੈ, ਕੈਮਿਸਟਰੀ ਲਈ ਤੁਸੀਂ ਦੇਖ ਸਕਦੇ ਹੋ, ਇੱਦਾਂ ਹੀ ਫਿਜ਼ਿਕਸ ਲਈ ਤੁਸੀਂ ਦੇਖ ਸਕਦੇ ਹੋ। ਠੀਕ ਹੈ, ਲਿਟਰੇਚਰ ਲਈ ਮਿਲੇ ਸੀਗੇ ਅਵਾਰਡਸ, ਇਹ ਤੁਸੀਂ ਦੇਖ ਸਕਦੇ ਹੋ। ਠੀਕ ਹੈ, ਇੱਕ ਵਾਰ ਗੋ ਥਰੂ ਕਰ ਲਓ ਵੀਡੀਓ ਨੂੰ ਪੌਜ਼ ਕਰਕੇ। ਇਕਨੋਮਿਕਸ ਲਈ ਮਿਲੇ ਸੀਗੇ। ਉਸ ਤੋਂ ਬਾਅਦ ਹੈ ਜਿਹੜਾ ਸਵੱਛ ਭਾਰਤ ਅਵਾਰਡਸ 2020। ਠੀਕ ਹੈ, ਇਹ ਦੇਖੋ 3 ਕੈਟੇਗਰੀਜ਼ 'ਚ ਦਿੱਤਾ ਗਿਆ। ਸਵੱਛ ਸੁੰਦਰ ਸਮੁਦਾਇਕ ਸ਼ੌਚਾਲਿਆ 4S, ਫਿਰ ਇਸ ਤੋਂ ਬਾਅਦ ਹੈ ਗੰਦਗੀ ਮੁਕਤ ਭਾਰਤ GMB ਐਂਡ ਸਮੁਦਾਇਕ ਸ਼ੌਚਾਲਿਆ ਅਭਿਆਨ SSC। ਠੀਕ ਹੈ, ਉਸ ਵਿੱਚ ਅਗਰ ਤੁਸੀਂ ਫਸਟ ਸਟੇਟ ਦੇਖੋਗੇ
4S ਕੈਟੇਗਰੀ 'ਚ ਤਾਂ ਗੁਜਰਾਤ ਨੂੰ ਮਿਲਿਆ ਸੀਗਾ। ਠੀਕ ਹੈ, ਇੱਕ ਵਾਰ ਦੇਖ ਸਕਦੇ ਹੋ, ਲੇਕਿਨ ਇਸ ਵਿੱਚੋਂ ਵੀ ਕੁਐਸਚਨ ਨਹੀਂ ਬਣੇਗਾ। ਚਲੋ ਨੈਕਸਟ ਹੈ ਮੈਨ ਬੁਕਰ ਇੰਟਰਨੈਸ਼ਨਲ ਪ੍ਰਾਈਜ਼, ਜਿਹੜਾ ਕਿ ਮੈਂ ਤੁਹਾਨੂੰ ਦੱਸਤਾ ਹੈ ਇਹ ਕਿਉਂ ਇੰਪੋਰਟੈਂਟ ਸੀਗਾ, ਕਿਉਂਕਿ ਫਸਟ ਯੰਗੈਸਟ ਔਥਰ ਨੂੰ ਮਿਲਿਆ ਸੀਗਾ। ਮੈਰੀ ਲੂਕਾ ਨੂੰ ਡਿਸਕੰਫਰਟ ਆਫ ਈਵਨਿੰਗ ਲਈ ਮਿਲਿਆ ਸੀਗਾ। ਠੀਕ ਹੈ, ਇਸ ਤੋਂ ਬਾਅਦ ਇਸ ਨੂੰ ਟਰਾਂਸਲੇਟ ਕੀਤਾ ਸੀ ਮਾਈਕਲ ਹਿਊਸਨ ਨੇ, ਤੇ ਦੋਨਾਂ ਨੇ ਸ਼ੇਅਰ ਕੀਤਾ ਸੀ ਅਵਾਰਡ ਦੀ ਰਕਮ ਨੂੰ। ਠੀਕ ਹੈ, ਇਹ ਵਾਲਾ ਤੁਹਾਨੂੰ ਪੜ੍ਹਨ ਦੀ ਲੋੜ ਨਹੀਂ ਹੈਗੀ। ਉਸ ਤੋਂ ਬਾਅਦ ਆ ਐਮੀ ਅਵਾਰਡਸ। ਐਮੀ ਅਵਾਰਡਸ ਜਿਹੜੇ ਨੇ ਇਹ ਬਿਗ ਅਵਾਰਡਸ ਸ਼ੋਅ ਨੇ। ਠੀਕ ਹੈ, ਮਤਲਬ ਇਹ ਅਵਾਰਡ ਜਦੋਂ ਕਿ ਪੈਂਡਮਿਕ ਚੱਲ ਰਿਹਾ ਸੀਗਾ, ਠੀਕ ਹੈ, ਬਿਮਾਰੀ ਚੱਲ ਰਹੀ ਸੀਗੀ, ਉਸ ਟਾਈਮ ਦਿੱਤੇ ਗਏ ਸੀਗੇ। ਠੀਕ ਹੈ, ਤੇ ਕਿਸ ਫੀਲਡ ਵਿੱਚ ਦਿੱਤੇ ਜਾਂਦੇ ਨੇ? ਟੈਲੀਵਿਜ਼ਨ ਤੇ ਇਮਰਜਿੰਗ ਮੀਡੀਆ ਲਈ ਦਿੱਤੇ ਜਾਂਦੇ ਨੇ। ਤੇ ਕਿਹਨੇ ਜਿੱਤੇ ਸੀਗੇ? ਸਿਟਕੋਮ। ਇਹ ਤੁਸੀਂ ਨਾਮ ਯਾਦ ਰੱਖ ਸਕਦੇ ਹੋ। ਠੀਕ ਹੈ, ਉਸ ਤੋਂ ਬਾਅਦ ਤੇ ਆਊਟਸਟੈਂਡਿੰਗ ਡਰਾਮਾ ਸੀਰੀਜ਼ ਵਾਸ ਗਿਵਨ ਟੂ ਸਕਸੈਸ਼ਨ। ਠੀਕ ਹੈ, ਇਹ ਤੁਸੀਂ ਯਾਦ ਰੱਖ ਸਕਦੇ ਹੋ, ਬਾਕੀ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ। ਜੈਫ ਸਕੋਲ ਅਵਾਰਡ ਕਿਹਨੂੰ ਮਿਲਿਆ ਸੀਗਾ? ਮੀਰਾ ਨਾਇਰ ਨੂੰ ਮਿਲਿਆ। ਠੀਕ ਹੈ, ਕਿੱਥੇ ਦਿੱਤਾ ਜਾਂਦਾ ਹੈ? 45 ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਵਾਰਡ ਹੈ। ਠੀਕ ਹੈ, ਸਿਊਟੇਬਲ ਬॉय ਇਹਦੀ ਬੁੱਕ ਸੀਗੀ ਜਿਹਦੇ ਲਈ ਇਹਨੂੰ ਅਵਾਰਡ ਮਿਲਿਆ ਸੀਗਾ। ਠੀਕ ਹੈ, ਮੀਰਾ ਨਾਇਰ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਗੈਲੈਂਟਰੀ ਅਵਾਰਡ ਤੁਸੀਂ ਇਹ ਨਾਮ ਜ਼ਰੂਰ ਯਾਦ ਰੱਖਿਓ। ਠੀਕ ਹੈ, ਕ੍ਰਿਸ਼ਨ ਸਿੰਘ ਰਾਵਤ, ਅਨਿਲ ਤੇ ਹਵਲਦਾਰ ਅਲੋਕ ਕੁਮਾਰ ਦੁਬੇ। ਠੀਕ ਹੈ, ਇਹ ਤਿੰਨ ਬੰਦਿਆਂ ਨੂੰ ਮਿਲਿਆ ਸੀਗਾ ਸ਼ੌਰਿਆ ਚੱਕਰ। ਠੀਕ ਹੈ, ਆਪਣੇ ਕਿਹੜੇ ਨੇ? ਅਸ਼ੋਕ ਚੱਕਰ, ਕੀਰਤੀ ਚੱਕਰ, ਫਿਰ ਸ਼ੌਰਿਆ ਚੱਕਰ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਆਨਲਾਈਨ ਸ਼ਾਰਟ ਫਿਲਮ ਕੰਟੈਸਟ ਨੇਮ ਦਾ ਥੀਮ ਅਨਾਊਂਸਡ ਬਾਈ ਆਈਨ। ਇਹਦਾ ਥੀਮ ਕੀ ਸੀਗਾ ਸ਼ਾਰਟ ਫਿਲਮ ਕੰਟੈਸਟ ਦਾ? ਪੈਟਰੋਇਟਿਜ਼ਮ ਸੀਗਾ, ਦੇਸ਼ ਭਗਤੀ ਦੇ ਉੱਪਰ ਸੀਗਾ। ਤੇ ਫਸਟ ਪ੍ਰਾਈਜ਼ MI ਡਾਇਰੈਕਟਡ ਬਾਈ ਅਭਿਜੀਤ ਪੋਲ ਨੇ ਜਿੱਤਿਆ ਸੀਗਾ। ਤਾਂ ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਤੇ ਇਹ ਚੀਜ਼ ਕਿਉਂਕਿ ਨਿਊਜ਼ ਵਿੱਚ ਸੀਗੀ। ਗ੍ਰੇਟਾ ਥਨਬਰਗ ਤੁਹਾਨੂੰ ਵੀ ਪਤਾ ਹੋਊਗਾ। ਠੀਕ ਹੈ, ਕੀ ਕੰਮ ਕਰਦੀ ਹੈ? ਇਨਵਾਇਰਮੈਂਟਲ ਐਕਟਿਵਿਸਟ ਹੈ। ਠੀਕ ਹੈ, ਤੇ ਇਸਨੇ ਸਵੀਡਿਸ਼ ਦੀ ਹੈ। ਠੀਕ ਹੈ, ਇਹਨੇ ਡੋਨੇਟ ਕੀਤਾ ਸੀ 1 ਮਿਲੀਅਨ ਯੂਰੋ ਫॉर द ਕੌਜ਼ ਆਫ ਇਨਵਾਇਰਮੈਂਟਲ ਐਂਡ ਕਲਾਈਮੇਟ ਚੇਂਜ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਠੀਕ ਹੈ, ਉਸ ਤੋਂ ਬਾਅਦ ਆ ਜੋ ਵਰਲਡ ਫੂਡ ਪ੍ਰਾਈਜ਼ ਕਿਹਨੂੰ ਮਿਲਿਆ? ਵਰਲਡ ਫੂਡ ਪ੍ਰਾਈਜ਼ ਇੰਡੋ ਅਮਰੀਕਨ ਹੈ, ਜਿਹੜਾ ਸਾਇੰਟਿਸਟ ਡਾਕਟਰ ਰਤਨ ਲਾਲ ਨੂੰ ਮਿਲਿਆ। ਠੀਕ ਹੈ, ਇਹਨਾਂ ਨੂੰ ਕਿਸ ਚੀਜ਼ ਲਈ ਮਿਲਿਆ? ਇੰਪਰੂਵਿੰਗ ਦਾ ਕੁਆਲਿਟੀ ਐਂਡ ਅਵੇਲੇਬਿਲਿਟੀ ਆਫ ਫੂਡ, ਇਸ ਲਈ ਮਿਲਿਆ। ਪ੍ਰੋਫੈਸਰ ਨੇ। ਠੀਕ ਹੈ, ਤੇ ਡਾਇਰੈਕਟਰ ਨੇ ਓਹੀਓ ਸਟੇਟ ਯੂਨੀਵਰਸਿਟੀ ਵਿੱਚ। ਠੀਕ ਹੈ, ਐਸਟੈਬਲਿਸ਼ ਕਿਹਨੇ ਕੀਤਾ ਸੀਗਾ? ਨੋਰਮਨ ਬੋਰਲੋਗ ਨੇ ਕੀਤਾ ਸੀਗਾ। ਇਹਦਾ ਫਸਟ ਅਵਾਰਡ ਕਿਹਨੇ ਜਿੱਤਿਆ ਸੀ? ਡਾਕਟਰ MS ਸਵਾਮੀਨਾਥਨ ਨੇ ਜਿੱਤਿਆ ਸੀਗਾ। ਤੇ ਡਾਕਟਰ ਲਾਲ ਨੂੰ MS ਸਵਾਮੀਨਾਥਨ ਅਵਾਰਡ ਤੇ ਨੋਰਮਨ ਬੋਰਲੋਗ ਅਵਾਰਡ ਦੋਨੋਂ ਮਿਲੇ ਹੋਏ ਨੇ। ਇਹ ਤਾਂ ਹੋ ਗਿਆ ਜੀ ਦੇਖੋ ਕਰੰਟ ਅਫੇਅਰ ਮਤਲਬ ਪਾਰਟ 2। ਠੀਕ ਹੈ, ਇਸ ਤੋਂ ਬਾਅਦ ਇੱਕ ਹੋਰ ਪਾਰਟ ਲੈ ਕੇ ਆਊਂਗਾ, ਫਿਰ ਤੁਹਾਡਾ ਮੈਂ ਸਾਰਾ ਕਵਰ ਕਰ ਦੂੰਗਾ। ਠੀਕ ਹੈ, ਚਲੋ ਓਕੇ, ਥੈਂਕ ਯੂ।